से इफिशियंस चैप्टर 2 वर्स 6 से मैं लूँगा और ब्रदर जी रीड करेगा पंजाबी भी, तो फिर कोशिश करूँगा मैं इंग्लिश में पढ़ने को। इधर उतना रोशनी नहीं क्योंकि मैं गाड़ी में हूँ, मैं मेरे बच्चे को इधर फुटबॉल खेलने को लेके आया हूँ, तो कोशिश करूँगा। ओके दविंदर भाई। यस आई विल रीड इन पंजाबी। थैंक यू। ਆਫਸੀਆਂ ਦੀ ਕਿਤਾਬ ਉਹਦਾ ਦੂਸਰਾ ਚੈਪਟਰ ਉਹਦੀ 6ਵੀਂ ਆਇਤ ਉਹਦੇ ਵਿੱਚ ਲਿਖਿਆ, ਅਤੇ ਉਹਨੇ ਸਾਨੂੰ ਉਸਦੇ ਨਾਲ ਉਠਾਇਆ ਅਤੇ ਸਾਨੂੰ ਮਸੀਹ ਯਿਸੂ ਵਿੱਚ ਸਵਰਗੀ ਥਾਵਾਂ ਉੱਤੇ ਉਸਦੇ ਨਾਲ ਬਹਾ ਲਿਆ। ਆਮੀਨ। Amen, amen. So it says in English that of course Punjabi में ऊपर उठाया, लेकिन English which it says that he raised us up together with him. Yes, he's saying same कि प्रभु यीशु मसीह, हाँ ट्रांसलेट करो ना अभी। yeah say it again. He has raised us up together with him, with Jesus. कि उसने सानू प्रभु यीशु मसीह दे नाल उठाया। And we are now sitting with Jesus in the spiritual sense, with him in the heavenly sphere, heavenly ilaka, heavenly heckle. Yeah, ਤੇ ਹੁਣ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਲ ਬਿਠਾਏ ਗਏ ਆ ਉਹਨਾਂ ਚੀਜ਼ਾਂ ਉਸ ਜਗ੍ਹਾ ਦੇ ਉੱਤੇ ਜਿਹਨੂੰ ਅਸੀਂ ਕਹਿ ਸਕਦੇ ਸਵਰਗੀ ਥਾਵਾਂ ਦੇ ਵਿੱਚ ਸਾਨੂੰ ਹੁਣ ਕੀ ਉਹਦੇ ਨਾਲ ਬਿਠਾਇਆ ਗਿਆ। So as a Christian, our position is not actually on the earth, but our position is with Jesus at a higher level. ਤੇ ਹੁਣ ਜਿਹੜੀ ਇੱਕ ਜਗ੍ਹਾ ਹੈ ਉਹ ਜਗ੍ਹਾ ਇਸ ਤਰ੍ਹਾਂ ਦੀ ਨਹੀਂ ਹੈਗੀ ਕਿ ਅਸੀਂ ਧਰਤੀ ਤੇ ਹੈ, ਬਲਕਿ ਸਾਡੀ ਜਗ੍ਹਾ ਇਸ ਸਮੇਂ ਇੱਕ ਮਸੀਹ ਹੋਣ ਦੇ ਨਾਤੇ ਉਸ ਤਰ੍ਹਾਂ ਦੀ ਹੈ ਕਿ ਅਸੀਂ ਬਿਲਕੁਲ ਹਾਈ ਲੈਵਲ ਤੇ ਉੱਚੇ ਲੈਵਲ ਦੇ ਉੱਤੇ ਕਿ ਸਵਰਗ ਦੇ ਵਿੱਚ ਸਵਰਗੀ ਥਾਵਾਂ ਦੇ ਅਧਿਕਾਰੀ ਹਾਂ। Let's look at the high level. What is the high level? What I'm trying to say. ਤੇ ਹੁਣ ਅਸੀਂ ਉਸ ਉੱਚੀ ਜਗ੍ਹਾ ਦੇ ਬਾਰੇ ਗੱਲ ਕਰਾਂਗੇ ਜਿਹੜੀ ਮੈਂ ਗੱਲ ਕਰ ਉਹਨੂੰ ਥੋੜਾ ਜਿਹਾ ਦੇਖਾਂਗੇ ਕੀ ਹੈ ਕੀ ਆ ਉਹ। High level is that Jesus is seated in heavenly realm, ruling and reigning. ਰਾਜ ਕਰ ਰਿਹਾ ਉਹ। ਓਕੇ, ਤੇ ਉਹਦਾ ਉੱਪਰਲੀ ਥਾਂ ਦਾ ਮਤਲਬ ਕੀ, ਉੱਪਰਲੀ ਜਗ੍ਹਾ ਦਾ ਮਤਲਬ ਕੀ ਹੈ ਕਿ ਉਹ ਸਵਰਗੀ ਥਾਂ ਜਿੱਥੇ ਅੱਜ ਇੱਕ ਪਰਮੇਸ਼ਰ ਹੈ ਜਿਹੜਾ ਕਿ ਰਾਜ ਕਰ ਰਿਹਾ, ਉਹ ਜਗ੍ਹਾ ਨੂੰ ਉਹ ਜਗ੍ਹਾ ਦੀ ਗੱਲ ਹੋ ਰਹੀ ਹੈ ਉੱਚੇ ਲੈਵਲ ਦੀ। And he is a king, so he is decreeing, ਹੁਕਮ ਦੇ ਰਿਹਾ ਹੈ, and declaring for whatever has to be done on earth. ਤੇ ਉਹੀ ਪਰਮੇਸ਼ਰ ਜਿਹੜਾ ਸਵਰਗੀ ਥਾਵਾਂ ਦੇ ਵਿੱਚ ਬੈਠਾ, ਸਵਰਗ ਦੇ ਵਿੱਚ ਬੈਠਾ ਹੈ, ਉਹ ਇਸ ਸਮੇਂ ਹੁਕਮ ਦੇ ਰਿਹਾ ਕਿ ਧਰਤੀ ਤੇ ਇਸ ਸਮੇਂ ਕੀ ਹੋਣਾ ਚਾਹੀਦਾ ਹੈ। And in the same way, if he is doing that, we should partner with him to do the same thing, because our position is actually, Bible says, as we read in 2 verse 6, is with him. ਤੇ ਹੁਣ ਸਾਨੂੰ ਵੀ ਉਹੀ ਚੀਜ਼ਾਂ ਕਰਨ ਦੀ ਜ਼ਰੂਰਤ ਹੈ ਜੋ ਸਾਡਾ ਪਰਮੇਸ਼ਰ ਸਵਰਗ ਦੇ ਵਿੱਚੋਂ ਸਾਡੇ ਲਈ ਹੁਕਮ ਕਰ ਰਿਹਾ ਇਸ ਧਰਤੀ ਦੇ ਉੱਤੇ, ਤਾਂ ਸਾਨੂੰ ਵੀ ਉਹ ਚੀਜ਼ਾਂ ਕਰਨ ਦੀ ਜ਼ਰੂਰਤ ਹੈ। ਕਿਉਂ? ਕਿਉਂਕਿ ਅਸੀਂ ਅਗਰ ਦੇਖੀਏ ਤਾਂ ਸਾਡੀ ਜਿਹੜੀ ਜਗ੍ਹਾ ਇਸ ਸਮੇਂ ਤੇ ਉਹ ਜਗ੍ਹਾ ਉਹੀ ਹੈ ਕਿ ਸਵਰਗੀ ਥਾਵਾਂ ਵਰਗੀ, ਜਿਵੇਂ ਅਸੀਂ ਵੀ ਉਸ ਲੈਵਲ ਤੇ ਹਾਂ। It's a position of authority as a Christian. ਤੇ ਇੱਕ ਅਧਿਕਾਰ ਹੈ ਇੱਕ ਸਾਨੂੰ ਮਸੀਹ ਹੋਣ ਦੇ ਨਾਤੇ। And we must realize the authority that has been given to us as Christians is mega, huge, massive. Say it again, brother. We must realize that the authority, the power that we have been given is mega, matlab bada, mega, is ਤੇ ਸਾਨੂੰ huge. ਸਾਨੂੰ ਇਸ ਚੀਜ਼ ਦਾ ਅਹਿਸਾਸ ਹੋਣਾ ਚਾਹੀਦਾ ਕਿ ਜੋ ਅਧਿਕਾਰ ਸਾਨੂੰ ਦਿੱਤਾ ਗਿਆ, ਠੀਕ ਹੈ, ਉਹ ਬਹੁਤ ਹੀ ਜ਼ਿਆਦਾ ਕਹਿ ਲਓ ਇੱਕ ਵੀ ਵੱਡਾ ਤੇ ਇੱਕ ਮਹੱਤਵਪੂਰਨ ਕਹਿ ਸਕਦੇ ਹਾਂ ਅਸੀਂ। So you and I have to be decreeing, hukum has to be part of our life. ਤੇ ਸਾਡਾ ਕੀ ਹੈ ਕਿ ਇਹ ਸਾਡੇ ਲਈ ਇੱਕ ਹੁਕਮ ਹੋ ਜਾਂਦਾ ਕਿ ਅਸੀਂ ਉਸ ਚੀਜ਼ ਦਾ ਹਿੱਸਾ ਜਿਹੜੇ ਬਣੇ ਰਹੀਏ। And those who are doing stage 4, we are handling spiritual warfare topics at the moment. ਤੇ ਜਿਹੜੇ ਭੈਣ ਭਰਾ ਸਟੇਜ 4 ਕਰ ਰਹੇ ਨੇ, ਅਸੀਂ ਹੁਣ ਦੇਖੋ ਇਸ ਸਮੇਂ ਆਤਮਿਕ ਯੁੱਧਾਂ ਦੇ ਬਾਰੇ, ਆਤਮਿਕ ਲੜਾਈਆਂ ਦੇ ਬਾਰੇ ਜਿਹੜੇ ਟੌਪਿਕ ਨੇ, ਪ੍ਰਚਾਰ ਨੇ, ਉਹ ਕਰ ਰਹੇ ਹਾਂ, ਅਸੀਂ ਸਿੱਖ ਰਹੇ ਹਾਂ, ਉੱਥੇ ਵਿੱਚ ਦੇਖ ਰਹੇ ਹਾਂ। And they are learning to come against the powers of darkness by declaring and by coming against them in the name of Jesus. ਤੇ ਇਸ ਸਮੇਂ ਉਹ ਸਿੱਖ ਰਹੇ ਨੇ ਕਿ ਕਿਸ ਤਰ੍ਹਾਂ ਅਸੀਂ ਸ਼ੈਤਾਨੀ ਜਿਹੜੀਆਂ ਆਤਮਾਵਾਂ ਨੇ ਉਹਨਾਂ ਦੇ ਵਿਰੁੱਧ
ਕਿੱਦਾਂ ਜਾ ਸਕਦੇ ਹਾਂ ਪ੍ਰਾਰਥਨਾਵਾਂ ਕਰਕੇ। Wherever the enemy is trying to capture, that is where we can also move in with the power and the authority that God has given us, and try to take that territory for Jesus. ਤੇ ਅਸੀਂ ਜਿਵੇਂ ਕਿ ਸ਼ੈਤਾਨ ਜਿਹੜੀਆਂ ਚੀਜ਼ਾਂ ਦੇ ਵਿੱਚ ਸਾਨੂੰ ਕਈ ਵਾਰ ਫਸਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਅਸੀਂ ਉਹਦੇ ਵਿੱਚ ਸਿੱਖ ਰਹੇ ਹਾਂ ਕਿ ਕਿਸ ਤਰ੍ਹਾਂ ਅਸੀਂ ਪ੍ਰਾਰਥਨਾ ਕਰਕੇ, ਕਿਸ ਤਰ੍ਹਾਂ ਅਸੀਂ ਉਸ ਲੜਾਈ ਨੂੰ ਕਰਕੇ ਅਸੀਂ ਸਾਨੂੰ ਜੋ ਅਧਿਕਾਰ ਪਰਮੇਸ਼ਰ ਦੀ ਤਰਫ ਤੋਂ ਦਿੱਤਾ, ਉਹ ਅਧਿਕਾਰ ਕਿੱਦਾਂ ਵੱਧਾ ਕਿ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਤੋਂ ਜੋ ਸ਼ੈਤਾਨੀਆਂ ਨੇ ਅਸੀਂ ਬਾਹਰ ਆ ਸਕਦੇ ਹਾਂ। I know I'm not doing a long sermon, but even in the short thing that I'm sharing, I want you to rise up and to take your position and your authority God has given you to declare things and to see miracles and to see breakthroughs in the name of Jesus. ਤੇ ਮੈਂ ਇਹ ਕਹਿਣਾ ਕਿ ਮੇਰਾ ਚਾਹੇ ਪ੍ਰਚਾਰ ਛੋਟਾ, ਪਰ ਮੈਂ ਫਿਰ ਵੀ ਚਾਹੁੰਦਾ ਕਿ ਤੁਸੀਂ ਇਸ ਪ੍ਰਚਾਰ ਦੇ ਵਿੱਚੋਂ ਵੀ ਹਰ ਇੱਕ ਚੀਜ਼ ਨੂੰ ਕੀ ਆਪਣੀ ਜੋ ਜਗ੍ਹਾ ਉਹਨੂੰ ਸੰਭਾਲੋ, ਠੀਕ ਹੈ, ਤੇ ਉਹ ਚੀਜ਼ਾਂ ਨੂੰ, ਉਸ ਅਧਿਕਾਰ ਨੂੰ ਜੋ ਤੁਹਾਨੂੰ ਦਿੱਤਾ ਹੈਗਾ ਉਹਨੂੰ ਯੂਜ਼ ਕਰੋ, ਤਾਂ ਕਿ ਉਹ ਚਮਤਕਾਰ, ਉਹ ਚੀਜ਼ਾਂ ਤੁਹਾਡੇ ਨਾਲ ਵੀ ਹੋ ਸਕਣ। It has to be also within the will of God. If it is within the will of God, then it gives us more excitement to use our authority. If it is not within the will of God, then it's different. ਅਗਰ ਇਹ ਸੱਚਮੁੱਚ ਪਰਮੇਸ਼ਰ ਦੀ ਮਰਜ਼ੀ ਹੈ, ਤਾਂ ਜੋ ਅਧਿਕਾਰ ਤੁਹਾਨੂੰ ਦਿੱਤਾ ਗਿਆ, ਤਾਂ ਉਸ ਅਧਿਕਾਰ ਦੇ ਨਾਲ ਤੁਹਾਨੂੰ ਇੱਕ ਕਹਿ ਲਓ, ਜੋ ਤੁਸੀਂ ਕਰ ਵੀ ਰਹੇ ਹੋਗੇ ਕੋਈ ਚੀਜ਼ ਨੂੰ, ਠੀਕ ਹੈ, ਤਾਂ ਤੁਹਾਨੂੰ ਇੱਕ ਐਕਸਾਈਟਮੈਂਟ, ਇੱਕ ਕਹਿ ਲਓ ਉਤਸ਼ਾਹਪਣ ਹੋਏਗਾ ਤੁਹਾਡੇ ਵਿੱਚ। ਪਰ ਅਗਰ ਉਹ ਪਰਮੇਸ਼ਰ ਦੀ ਮਰਜ਼ੀ ਨਹੀਂ ਆ, ਤਾਂ ਉਹ ਚੀਜ਼ ਕਦੇ ਵੀ ਸਹੀ नहीं होगी। हालेलुया। कोई बोल रहा है कॉल करने को, कुछ मैसेज ही छोड़ रहा है, पता नहीं कौन है वो। अमित हाँ ब्रदर है पास्टर जी, 3 बार कॉल किया उनको। हाँ, तो कोई उसको देखो, कुछ कर सकता है तो चलो। हालेलुया। सो आया प्रेज द लॉर्ड, आ गया। So you and I need to know that our position is with Jesus. We are sitting with him. ਤੇ ਸਾਨੂੰ ਇਸ ਚੀਜ਼ ਦਾ ਅਧਿਕਾਰ ਤੇ ਇਸ ਚੀਜ਼ ਦਾ ਅਹਿਸਾਸ ਤੇ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਅਸੀਂ ਇਸ ਸਮੇਂ ਤੇ ਪ੍ਰਭੂ ਯਿਸੂ ਮਸੀਹ ਦੇ ਨਾਲ ਬੈਠੇ ਹਾਂ। Where there is lawlessness and sin, we go with the power, and in the name of Jesus we speak the blood and we say, in Jesus name, change situation, change. Our position is with Jesus. We are seated in the heavenly realms. Change now. ਤੇ ਜੇ ਅਸੀਂ ਇਕੱਲਾਪਣ ਮਹਿਸੂਸ ਕਰ ਰਹੇ ਹਾਂ, you said sin, right? Pardon? You said sin. Yeah, पाप Yeah. का माहौल, या lawlessness, या 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 जिधर ਜੇ ਅਸੀਂ ਇਕੱਲਾਪਣ ਮਹਿਸੂਸ ਕਰ ਰਹੇ ਹਾਂ, ਜਾਂ ਅਸੀਂ ਕਿਸੇ ਪਾਪ ਦੇ ਹਾਲਾਤ ਦੇ ਵਿੱਚ ਦੀ ਗੁਜ਼ਰ ਰਹੇ ਹਾਂ, ਠੀਕ ਹੈ, ਤਾਂ ਉਸ ਸਮੇਂ ਪ੍ਰਭੂ ਯਿਸੂ ਮਸੀਹ ਦੇ ਲਹੂ ਨੂੰ ਡਿਕਲੇਅਰ ਕਰੋ ਸਾਡੇ ਉੱਤੇ, ਠੀਕ ਹੈ, ਤੇ ਡਿਕਲੇਅਰ ਕਰੋ ਉਸ ਅਧਿਕਾਰ ਨੂੰ ਜੋ ਸਾਨੂੰ ਦਿੱਤਾ ਗਿਆ ਕਿ ਇਹ ਹਾਲਾਤ ਆ ਜਿਹੜੇ ਇਸ ਸਮੇਂ ਤੇ ਬਣੇ ਆ, ਕਿ ਉਹ ਬਦਲ ਜਾਣ ਯਿਸੂ ਮਸੀਹ ਦੇ ਨਾਮ 'ਚ। Amen, amen. Now we as a church in London, Holy Nation Church, we have been praying since the COVID started against all that the World Health Organization is telling us, all the other scientists that are telling us, which are many lies. We are coming against that. We have been fighting prayerfully, attacking what the enemy wants to do here. ਤੇ ਅਸੀਂ ਹੋਲੀ ਨੇਸ਼ਨ ਚਰਚ ਜੋ ਲੰਡਨ ਦੇ ਵਿੱਚ ਜਿੱਥੇ ਪਾਸਟਰ ਜੀ ਨੇ, ਠੀਕ ਹੈ, ਉਸ ਚਰਚ ਦੇ ਵਿੱਚ ਉਹ ਕਹਿ ਰਹੇ ਨੇ ਕਿ ਅਸੀਂ ਜਦੋਂ ਕੋਵਿਡ ਸਟਾਰਟ ਹੋਇਆ ਉਸ ਸਮੇਂ ਤੋਂ ਹੀ ਪ੍ਰਾਰਥਨਾਵਾਂ ਦੇ ਵਿੱਚ ਬਣੇ ਹੋਏ ਆ, ਤੇ ਜੋ ਵੀ ਸਾਨੂੰ ਇਹ ਵਰਲਡ ਆਰਗੇਨਾਈਜੇਸ਼ਨ ਜਿਹੜੀਆਂ ਹੈਲਥ ਮਤਲਬ ਬਣੇ ਹੋਏ ਨੇ, ਠੀਕ ਹੈ, ਜਾਂ ਕੋਈ ਵੀ ਸਾਇੰਟਿਸਟ ਉੱਠ ਕੇ ਕੋਈ ਵੀ ਗੱਲਬਾਤ ਕਹਿੰਦਾ, ਕੁਝ ਵੀ ਹੈ, ਅਸੀਂ ਉਸ ਹਰ ਇੱਕ ਚੀਜ਼ ਦੇ ਖਿਲਾਫ ਜਾ ਕੇ ਪ੍ਰਾਰਥਨਾ ਕਰ ਰਹੇ ਹਾਂ ਕਿ ਸਹੀ ਚੀਜ਼ ਹੋਵੇ। Imagine you are going to a court case. ਤੇ ਇੱਕ ਸੋਚੋ ਕਿ ਤੁਸੀਂ ਇੱਕ ਕੋਰਟ ਕੇਸ ਦੇ ਵਿੱਚ ਜਾ ਰਹੇ ਹੋ, and you have to present the evidence, and you have your lawyer, or maybe you are the lawyer, ਵਕੀਲ। ਤੇ ਤੁਸੀਂ ਉੱਥੇ ਕੀ ਕਰੋਗੇ, ਸਬੂਤ ਤੇ ਆਪਣੇ ਗਵਾਹ ਜਿਹੜੇ ਪੇਸ਼ ਕਰੋਗੇ, ਤੇ ਇੱਕ ਵਕੀਲ ਵੀ ਲੈ ਕੇ ਜਾਣਾ ਪਊ, ਸਰ ਤੁਸੀਂ ਆਪ ਕੇਸ ਲੜੋ ਵਕੀਲ ਦੇ ਤੌਰ ਤੇ ਹੋ, ਪਤਾ ਨਹੀਂ। and you have the judge that you have to present the case to. ਤੇ ਤੁਸੀਂ ਉਹ ਆਪਣਾ ਜਿਹੜਾ ਕੇਸ ਹੋਊਗਾ ਉਹਨੂੰ ਤੁਸੀਂ ਕੀ ਇੱਕ ਤਰ੍ਹਾਂ ਰੱਖਣਾ ਹੋਊਗਾ ਜੱਜ ਦੇ ਸਾਹਮਣੇ। So we are going to the Father who is the judge, and we are presenting our case to him, and we are saying, we are coming to you, Father who is our judge, in the name of Jesus, and we want insafi, justice in this matter. Do it, Lord, in Jesus name. ਤੇ ਅਸੀਂ ਫਿਰ ਇਸ ਤਰੀਕੇ ਆਪਣੇ ਪਿਤਾ ਪਰ ਸਵਰਗੀ ਪਿਤਾ ਦੇ ਕੋਲੇ ਜਾਂਦੇ ਆ, ਤੇ ਉਹੀ ਕੇਸ ਜਿਹੜਾ ਅਸੀਂ ਉਹਦੇ ਅੱਗੇ ਜਾ ਕੇ ਰੱਖਦੇ ਆ, ਤੇ ਅਸੀਂ ਫਿਰ ਉੱਥੇ ਕੀ ਕਹਿੰਦੇ ਆ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਹਿੰਦੇ ਆ ਕਿ ਸਾਨੂੰ ਨਿਆਂ
ਸੱਚਾਈ ਦਾ ਇਸ ਚੀਜ਼ ਦੇ ਉੱਤੇ ਜੋ ਵੀ ਇਹ ਚੀਜ਼ ਹੋ ਰਹੀ ਹੈ। And the Father cannot deny our request. ਤੇ ਆਪਣਾ ਪਿਤਾ ਜਿਹੜਾ ਸਾਡੀਆਂ ਪ੍ਰਾਰਥਨਾਵਾਂ ਨੂੰ ਕੀ ਹੈ ਕਦੇ ਵੀ ਨਕਾਰੇਗਾ ਨਹੀਂ। Because we are praying in the will of God, and we are seated in the heavenly realms, and the Father knows that. Hallelujah. ਤੇ ਕਿਉਂਕਿ ਅਸੀਂ ਪਰਮੇਸ਼ਰ ਦੀ ਮਰਜ਼ੀ ਦੇ ਮੁਤਾਬਕ ਪ੍ਰਾਰਥਨਾ ਕਰ ਰਹੇ ਹਾਂ ਤੇ ਉਹ ਸਵਰਗੀ ਥਾਵਾਂ ਦੇ ਵਿੱਚ ਹੈ ਤੇ ਅਸੀਂ ਉਹਦੇ ਨਾਲ ਆ ਤੇ ਸਾਡੀ ਪ੍ਰਾਰਥਨਾ ਨੂੰ ਕਦੇ ਵੀ ਨਕਾਰੇਗਾ ਨਹੀਂ। And the Lord also works according to the rules. ਤੇ ਪਰਮੇਸ਼ਰ ਹਮੇਸ਼ਾ ਕੰਮ ਵੀ ਇੱਕ ਕਹਿ ਲਓ ਵੀ ਇੱਕ ਕਾਨੂੰਨੀ ਤੌਰ ਰੂਲ पे। ਦੇ ਮੁਤਾਬਕ ਕਰਦਾ। हाँ, कानून is very important. Spiritual आत्मिक कानून is very important for God. ਕਿਉਂਕਿ ਆਤਮਿਕ ਕਾਨੂੰਨ ਆ ਜਿਹੜਾ ਪਰਮੇਸ਼ਰ ਦੇ ਮੁਤਾਬਕ ਆ ਉਹ ਬਹੁਤ ਜ਼ਰੂਰੀ ਹੈ। And आत्मिक कानून is written in His word. ਤੇ ਆਤਮਿਕ ਕਾਨੂੰਨ ਆ ਜਿਹੜਾ ਉਹ ਪਰਮੇਸ਼ਰ ਦੇ ਵਚਨ ਦੇ ਵਿੱਚ ਵੀ ਲਿਖਿਆ ਗਿਆ। Even the Bible says that God is under His word. God is not above His word. That's beautiful to know. ਤੇ ਇਹ ਚੀਜ਼ ਵੀ ਬੜੀ ਸੋਹਣੀ ਹੋ ਜਾਂਦੀ ਜਦੋਂ ਅਸੀਂ ਸੁਣਦੇ ਹਾਂ ਪਰਮੇਸ਼ਰ ਦਾ ਵਚਨ ਤੇ ਪਰਮੇਸ਼ਰ ਦੇ ਵਚਨ ਦੇ ਵਿੱਚ ਹੀ ਲਿਖਿਆ ਕਿ ਪਰਮੇਸ਼ਰ ਵੀ ਆਪਣੇ ਵਚਨ ਦੇ ਵਿੱਚ ਜੋ ਲਿਖਿਆ ਉਹਨੇ ਉਹਦੇ ਅਧੀਨ ਹੈ, ਉਹ ਤੋਂ ਉੱਪਰ ਨਹੀਂ ਹੁੰਦਾ। So God is not doing anything that is illegal, which is against His word. He has to obey His word in the sense, of course, He has made the word, but He is also under the word in a way. So He respects the word of God, or the word, or the Bible. ਤੇ ਪਰਮੇਸ਼ਰ ਕਦੇ ਵੀ ਉਹ ਚੀਜ਼ਾਂ ਨੂੰ ਕਦੇ ਵੀ ਨਹੀਂ ਕਰੇਗਾ ਜੋ ਉਹਦੇ ਵਚਨ ਦੇ ਖਿਲਾਫ ਹੋਣਗੀਆਂ, ਬਲਕਿ ਉਹ ਆਪਣੇ ਵਚਨ ਦੇ ਅਧੀਨ ਹੈ ਤੇ ਉਹ ਚੀਜ਼ਾਂ ਚਾਹੇ ਦੁਨੀਆ ਨੂੰ ਪਰਮੇਸ਼ਰ ਨੇ ਬਣਾਇਆ ਪਰ ਫਿਰ ਵੀ ਇੱਕ ਜੋ ਲਫ਼ਜ਼ ਜੋ ਸ਼ਬਦ ਵਚਨ ਬਾਈਬਲ ਦੇ ਵਿੱਚ ਯੂਜ਼ ਕੀਤੇ ਗਏ ਨੇ ਉਹ ਆਪਣੇ ਜੋ ਵਚਨ ਹੈ ਉਹਨਾਂ ਦੇ ਅਧੀਨ ਰਹਿ ਕੇ ਹੀ ਕੰਮ ਕਰਦਾ ਹੈ। So let us rise up, let us realize, let us wake up and know that we are seated with Christ in the heavenly realms. ਤੇ ਇਸ ਚੀਜ਼ ਨੂੰ ਅਹਿਸਾਸ ਕਰੋ ਤੇ ਜਾਗੋ, ਉੱਠੋ ਤੇ ਦੇਖੋ ਕਿ ਅਸੀਂ ਪਰਮੇਸ਼ਰ ਦੇ ਨਾਲ ਪ੍ਰਭੂ ਯਿਸੂ ਮਸੀਹ ਦੇ ਨਾਲ ਸਵਰਗੀ ਥਾਵਾਂ ਦੇ ਵਿੱਚ ਬੈਠੇ ਹਾਂ। Hallelujah. You are not on the ground floor, you are on the highest level. ਤੁਸੀਂ ਇੱਕ ਧਰਤੀ ਤੇ ਜਗ੍ਹਾ ਤੇ ਥੱਲੇ ਨਹੀਂ ਬੈਠੇ ਹੋ, ਬਲਕਿ ਤੁਸੀਂ ਇੱਕ ਉੱਚੇ ਲੈਵਲ ਦੇ ਉੱਤੇ ਬੈਠੇ ਹੋ। And so we must have that mentality, ravaya, of really sitting with Christ with authority and behaving like that. ਤੇ ਸਾਨੂੰ ਇਸ ਚੀਜ਼ ਦਾ ਅਧਿਕਾਰ ਆ, ਇਸ ਚੀਜ਼ ਦਾ ਸਾਡਾ ਰਵੱਈਆ ਹੋਣਾ ਜ਼ਰੂਰੀ ਹੈ ਕਿ ਅਸੀਂ ਸੱਚਮੁੱਚ ਸਵਰਗੀ ਥਾਵਾਂ ਦੇ ਵਿੱਚ ਬੈਠੇ ਹਾਂ। ਸਾਡਾ ਉੱਠਣਾ ਬੈਠਣਾ, ਸਾਡਾ ਅਹਿਸਾਸ ਇਸ ਤਰ੍ਹਾਂ ਦਾ ਹੋਣਾ ਜ਼ਰੂਰੀ ਹੈ। Nothing should take us by surprise. Sorry? And nothing should take us by surprise. कोई भी गल हमें हैरान की नहीं होना मांगता है, क्योंकि खुदा हमारे साथ है और जो भी हालत सामने खड़ी हो जाएगी हम उस पर विरोध आ सकते हैं। प्रार्थना में खुदा का पावर यूज कर सकते हैं, अथॉरिटी जो दी है, हमारे अधिकार जो दिया है वो हम इस्तेमाल कर सकते हैं, क्योंकि हम खुदा के अधिकार वाले लोग हैं और हमारे जो पोजीशन है हम उसके साथ बैठे हुए हैं। हालेलुया। Hallelujah. I thought you were going to translate hallelujah. No, I'm joking. No, you already translated in Hindi, so that's why. Praise the Lord. So, do not doubt your position today. ਤੇ ਅੱਜ ਆਪਣੀ ਜਿਹੜੀ ਜਗ੍ਹਾ ਉਹਦੇ ਤੇ ਸ਼ੱਕ ਨਾ ਕਰੋ। But also it is important to be within the will of God. Then you can use your authority continually, लगातार। ਤੇ ਪਰ ਤੁਹਾਨੂੰ ਇਹ ਵੀ ਚੀਜ਼ ਦਾ ਅਹਿਸਾਸ ਹੋਣਾ ਚਾਹੀਦਾ ਕਿ ਪਰਮੇਸ਼ਰ ਦੀ ਮਰਜ਼ੀ ਦੇ ਮੁਤਾਬਕ ਹੋਣੀ ਚਾਹੀਦੀ ਹੈ ਕਿ ਤੁਸੀਂ ਉਸ ਨੂੰ ਵਰਤਦੇ ਰਹੋ लगातार। आमीन। नजीर को हर मीटिंग में बुलाने का, वो बहुत हार्ट्स भेज रहा है मुझे। Hallelujah. Hallelujah. Praise the Lord. Thank you, brother. Thank you. Praise the Lord. So I pray that whatever situation that you are in today, ਤੇ ਮੈਂ ਅੱਜ ਵਿਸ਼ਵਾਸ ਕਰਦਾ ਕਿ ਕਿਸੇ ਵੀ ਹਾਲਾਤ ਦੇ ਵਿੱਚ ਅਗਰ ਤੁਸੀਂ ਅੱਜ ਹੈਗੇ ਹੋ, as long as it is the will of God, ਅਗਰ ਉਹ ਸੱਚਮੁੱਚ ਪਰਮੇਸ਼ਰ ਦੀ ਮਰਜ਼ੀ ਹੈ, rise up, take your position and start speaking and declaring and decreeing. Hukum, decree means hukum, commanding. ਤੇ ਅੱਜ ਉਸ ਚੀਜ਼ ਤੋਂ ਉੱਠੋ ਤੇ ਜਾਗੋ ਤੇ ਜੋ ਅਧਿਕਾਰ ਤੁਹਾਨੂੰ ਪਰਮੇਸ਼ਰ ਨੇ ਦਿੱਤਾ ਹੈ ਉਸ ਚੀਜ਼ ਨੂੰ ਕੀ ਹੈ ਇੱਕ ਤਰ੍ਹਾਂ ਹੁਕਮ ਦੀ ਤਰ੍ਹਾਂ ਡਿਕਲੇਅਰ ਕਰਨਾ, ਆਪਣੀ ਜ਼ੁਬਾਨ ਤੋਂ ਕਹਿਣਾ ਸ਼ੁਰੂ ਕਰ ਦਿਓ। Amen. So at the end maybe you can आप प्रार्थना की अगर विनती है तो फिर इस तौर से भी विनती कर सकते हैं प्रार्थना की। अगर कोई हालत बन रही है या बनी है जो लोग साथ देंगे,
जैसे भी लीडर लोगों को खड़ा करेंगे प्रार्थना करने को। गॉड ब्लेस यू सबनों। ओके, ਤੇ ਪਰਮੇਸ਼ਰ ਤੁਹਾਨੂੰ ਸਭ ਨੂੰ ਬਰਕਤ ਦੇਵੇ। ਅਗਰ ਇਸ ਦੇ ਮੁਤਾਬਕ ਤੁਹਾਡੀ ਕੋਈ ਪ੍ਰਾਰਥਨਾ ਦੀ ਬੇਨਤੀ ਵੀ ਹੋਵੇਗੀ ਤਾਂ ਆਖਰ ਦੇ ਵਿੱਚ ਤੁਸੀਂ ਪ੍ਰਾਰਥਨਾ ਵੀ ਲੈ ਸਕਦੇ ਹੋ। ਥੈਂਕ ਯੂ। आमेन ਪਰਮੇਸ਼ਰ ਤੁਹਾਨੂੰ आमेन ਸਭ आमेन आमेन। आमीन।